ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 19। ਸਿੱਖ ਕੌਮ ਦਾ ਦੁਖਾਂਤ ਇਹ ਹੈ ਕਿ ਕੌਮੀ ਸੋਝੀ ਰੱਖਣ ਵਾਲੇ ਸਿੱਖਾਂ ਦੀ ਗਿਣਤੀ ਆਟੇ 'ਚ ਲੂਣ ਬਰਾਬਰ ਵੀ ਨਹੀਂ। ਜੇਕਰ ਅਕਾਲੀ ਲੀਡਰਸ਼ਿਪ ਦੇ ਮਨਾਂ ਅੰਦਰ ਸਿੱਖ ਕੌਮ ਦੇ ਸੰਕਲਪ ਬਾਰੇ ਇਹ ਰੋਲ ਘਚੋਲਾ ਨਾ ਹੁੰਦਾ ਤਾਂ ਉਸਨੇ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਮੰਗ ਦਾ ਨਿਤਾਣਾ ਪੈਂਤੜਾ ਅਪਣਾਉਣ ਦੀ ਥਾਂ ਖੁੱਲ੍ਹ ਕੇ ਸਿੱਖ ਬਹੁ ਗਿਣਤੀ ਵਾਲੇ ਸੂਬੇ ਦੀ ਮੰਗ ਕੀਤੀ ਹੁੰਦੀ। ਇਸ ਸਿਧਾਂਤਕ ਸਪਸ਼ਟਤਾ ਨਾਲ ਉਸ ਅੰਦਰ ਕਿਤੇ ਵੱਧ ਹੌਸਲਾ ਤੇ ਆਤਮ ਵਿਸ਼ਵਾਸ ਪੈਦਾ ਹੋਇਆ ਹੁੰਦਾ। ਉਸ ਨੂੰ ਨਾ ਤਾਂ ਇਹ ਗੱਲ ਸਮਝਣ ਵਿੱਚ ਕੋਈ ਦਿੱਕਤ ਆਉਣੀ ਸੀ ਤੇ ਨਾ ਹੀ ਇਹ ਕਹਿਣ 'ਚ ਕੋਈ ਝੱਕ ਜਾਂ ਡਰ ਮਹਿਸੂਸ ਹੋਣਾ ਸੀ ਕਿ ਸਿੱਖ ਪੰਥ ਦੇ ਧਾਰਮਿਕ, ਸੱਭਿਆਚਾਰਕ, ਆਰਥਿਕ ਤੇ ਰਾਜਸੀ ਹਿੱਤਾਂ ਦੀ ਸੁਰੱਖਿਆ ਲਈ ਇੱਕ ਅਜਿਹਾ ਪ੍ਰਦੇਸ਼ ਜ਼ਰੂਰੀ ਹੈ ਜਿੱਥੇ ਉਹ ਹਿੰਦੂ ਗਲਬੇ ਦੇ ਦਖਲ ਅੰਦਾਜ਼ੀ ਤੋਂ ਮੁਕਤ ਆਪਣੇ ਮਨ ਭਾਉਂਦੇ ਢੰਗਾਂ ਨਾਲ ਆਪਣਾ ਜੀਵਨ ਬਸਰ ਕਰ ਸਕੇ। ਸਿੱਖ ਕੌਮ ਦੀ ਇਸ ਮੰਗ ਨੂੰ ਕਿਸੇ ਵੀ ਲਿਹਾਜ਼ ਨਾਲ ਅਣਉਚਿਤ ਨਹੀਂ ਠਹਿਰਾਇਆ ਜਾ ਸਕਦਾ। ਇਹ ਹਰ ਕੌਮੀ ਭਾਈਚਾਰੇ ਦਾ ਜਨਮ ਸਿੱਧ ਅਧਿਕਾਰ ਹੈ ਜੋ ਆਜ਼ਾਦੀ ਤੇ ਜਮਹੂਰੀਅਤ ਦੇ ਅਜੋਕੇ ਯੁੱਗ ਅੰਦਰ ਕੌਮਾਂਤਰੀ ਪੱਧਰ ਤੇ ਮਕਬੂਲ ਤੇ ਪ੍ਰਵਾਨ ਹੋ ਚੁੱਕਾ ਹੈ। ਇਹ ਕਿਸੇ ਦੀ ਆਜ਼ਾਦੀ ਤੇ ਧਾੜਾ ਮਾਰਨਾ ਨਹੀਂ, ਸਗੋਂ ਆਪਣੀ ਆਜ਼ਾਦੀ ਤੇ ਵੱਜ ਰਹੇ ਧਾੜੇ ਦੀ ਲਾਹਨਤ ਤੋਂ ਸੁਰਖਰੂ ਹੋਣਾ ਹੈ। ਜੇਕਰ ਇਸ ਨਾਲ ਭਾਰਤ ਦੀ ਏਕਤਾ ਅਤੇ ਅਖੰਡਤਾ ਉੱਤੇ ਕੋਈ ਜ਼ਬਰ ਆਉਂਦੀ ਹੈ ਤਾਂ ਇਸ ਵਿੱਚ ਸਿੱਖ ਕੌਮ ਦਾ ਉੱਕਾ ਹੀ ਕੋਈ ਦੋਸ਼ ਨਹੀਂ, ਕਿਉਂਕਿ ਕੌਮੀ ਆਜ਼ਾਦੀ ਤੇ ਬਰਾਬਰੀ ਦੇ ਅਜੋਕੇ ਯੁੱਗ ਦੀ ਰਾਜਨੀਤੀ ਦਾ ਇਹ ਪ੍ਰਵਾਨਿਤ ਅਸੂਲ ਹੈ ਕਿ ਹਰ ਕੌਮੀ ਭਾਈਚਾਰੇ ਦਾ ਮੁੱਖ ਸਰੋਕਾਰ ਆਪਣੀ ਆਜ਼ਾਦੀ ਦੀ ਰੱਖਿਆ ਕਰਨਾ ਹੈ ਅਤੇ ਹਰ ਮਸਲੇ ਨੂੰ ਆਪਣੇ ਕੌਮੀ ਹਿੱਤਾਂ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਤੇ ਨਜਿੱਠਣਾ ਉਸ ਦਾ ਸੁਤੰਤਰ ਅਧਿਕਾਰ ਹੈ। ਇਸ ਨਜ਼ਰੀਏ ਤੋਂ ਦੇਖਿਆਂ ਜੇਕਰ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਮੌਜੂਦਾ ਜੁਗਾੜ ਸਿੱਖ ਕੌਮ ਉੱਤੇ ਹਿੰਦੂ ਗਲਬੇ ਦਾ ਸੰਦ ਬਣ ਰਿਹਾ ਹੈ ਤਾਂ ਨਾ ਸਿਰਫ ਇਹ ਕਿ ਸਿੱਖ ਕੌਮ ਨੂੰ ਅਜਿਹੀ ਏਕਤਾ ਤੇ ਅਖੰਡਤਾ ਦੀ ਰੱਖਿਆ ਦੀ ਕੋਈ ਸਿਰਦਰਦੀ ਨਹੀਂ ਹੋਣੀ ਚਾਹੀਦੀ, ਸਗੋਂ ਇਸ ਸਿਰਦਰਦੀ ਤੋਂ ਮੁਕਤ ਹੋਣਾ ਉਸ ਦੀ ਪਹਿਲੀ ਲੋੜ ਬਣਨੀ ਚਾਹੀਦੀ ਹੈ। ਸਿਰਲੇਖ ਕੌਮ ਅਤੇ ਭਾਸ਼ਾ। ਕੌਮਵਾਦ ਬਾਰੇ ਊੜਾ ਐੜਾ ਜਾਣਨ ਵਾਲਾ ਵਿਅਕਤੀ ਵੀ ਇਹ ਗੱਲ ਜਾਣਦਾ ਹੈ ਕਿ ਕਿਸੇ ਵੀ ਕੌਮੀ ਭਾਈਚਾਰੇ ਦੇ ਸਮਾਜੀ ਤੇ ਸੱਭਿਆਚਾਰਕ ਜੀਵਨ ਅੰਦਰ ਭਾਸ਼ਾ ਕੁੰਜੀਵਤ ਸਥਾਨ ਰੱਖਦੀ ਹੈ। ਬੈਨੇਡਿਕਟ ਐਂਡਰਸਨ ਨੇ ਕੌਮ ਅਤੇ ਕੌਮਵਾਦ ਬਾਰੇ ਆਪਣੀ ਬਹੁ ਚਰਚਿਤ ਰਚਨਾ ਇਮੈਜਿਨ ਕਮਿਊਨਿਟੀਜ਼ ਅੰਦਰ ਕਿਸੇ ਵੀ ਕੌਮੀ ਭਾਈਚਾਰੇ ਲਈ ਉਸ ਦੀ ਕੌਮੀ ਭਾਸ਼ਾ ਅਰਥਾਤ ਮਾਂ ਬੋਲੀ ਦੀ ਅਹਿਮੀਅਤ ਨੂੰ ਗਿਣਵੇਂ ਮਿਣਵੇਂ ਪਰ ਬਹੁਤ ਹੀ ਭਾਵਪੂਰਤ ਸ਼ਬਦਾਂ 'ਚ ਇੰਜ ਦਰਸਾਇਆ ਹੈ। ਇਹ ਮਾਂ ਬੋਲੀ ਹੀ ਹੈ ਜਿਸ ਦੇ ਰਾਹੀਂ ਅਤੀਤ ਪੁਨਰ ਸਥਾਪਿਤ ਕੀਤੇ ਜਾਂਦੇ ਹਨ, ਭਾਈਚਾਰਿਆਂ ਦੀ ਕਲਪਨਾ ਕੀਤੀ ਜਾਂਦੀ ਹੈ ਅਤੇ ਭਵਿੱਖ ਨੂੰ ਸੁਪਨਿਆਂ 'ਚ ਉਤਾਰਿਆ ਜਾਂਦਾ ਹੈ। ਇਤਿਹਾਸ ਅੰਦਰ ਕੌਮਾਂ ਦੇ ਉਗਮਣ ਤੇ ਵਿਕਸਣ ਦੇ ਅਮਲ ਬਾਰੇ ਪਿਛਲੇ ਲਗਭਗ 150 ਸਾਲਾਂ ਦੇ ਵੀ ਵੱਧ ਅਰਸੇ ਤੋਂ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਸਿਧਾਂਤ ਰਹੇ ਹਨ। ਜ਼ਿੰਦਗੀ ਦੇ ਠੋਸ ਤਜਰਬੇ ਨੇ ਇਹਨਾਂ 'ਚੋਂ ਕੁਝ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਕਈਆਂ ਦੀ ਅਸੰਖ ਤੇ ਕਈਆਂ ਦੀ ਭਾਰੂ ਰੂਪ 'ਚ ਪੁਸ਼ਟੀ ਕੀਤੀ ਹੈ। ਮਨੁੱਖੀ ਇਤਿਹਾਸ ਦੇ ਇਸ ਅਤੀ ਅਹਿਮ ਵਰਤਾਰੇ ਬਾਰੇ ਤਕਰੀਬਨ 1.5 ਸਦੀ ਦੇ ਅਰਸੇ ਦੌਰਾਨ ਪੈਦਾ ਹੋਏ ਸਮੁੱਚੇ ਗਿਆਨ ਅਤੇ ਜ਼ਿੰਦਗੀ ਦੇ ਠੋਸ ਤਜਰਬੇ ਦਾ ਨਿਚੋੜ ਕੱਢਿਆ ਜਾਵੇ ਤਾਂ ਇਹ ਸੱਚਾਈ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕਿਸੇ ਕੌਮੀ ਭਾਈਚਾਰੇ ਦੇ ਵਜੂਦ ਨੂੰ ਘੜਨ, ਤਰਾਸ਼ਣ
ਤੇ ਸੰਭਾਲਣ ਵਿੱਚ ਕਿਸੇ ਇੱਕ ਗੱਲ ਦਾ ਨਹੀਂ, ਕਈ ਅੰਸ਼ਾਂ ਦਾ ਮਿਲਵਾਂ ਰੋਲ ਹੁੰਦਾ ਹੈ। ਭਾਸ਼ਾ ਨੂੰ ਕਿਸੇ ਵੀ ਕੌਮੀ ਭਾਈਚਾਰੇ ਦੇ ਜੀਵਨ ਅਮਲ ਦਾ ਧੁਰਾ ਤਸੱਵਰ ਕੀਤਾ ਜਾਂਦਾ ਹੈ। ਇਸ ਨੂੰ ਠੀਕ ਹੀ ਕੌਮ ਦਾ ਨਿਸ਼ਾਨ ਮੰਨਿਆ ਜਾਂਦਾ ਹੈ। ਇੱਕ ਸਾਂਝੀ ਭਾਸ਼ਾ ਬਗੈਰ ਕਿਸੇ ਕੌਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇੱਕ ਸਾਂਝੀ ਭਾਸ਼ਾ ਬਗੈਰ ਕਿਸੇ ਕੌਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰ ਕੌਮ ਦੇ ਉਭਰਨ ਵਿਕਸਣ ਵਿੱਚ ਭਾਸ਼ਾ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਦੇ ਬਾਵਜੂਦ ਇਸ ਨੂੰ ਕੌਮੀਅਤ ਦਾ ਇੱਕਮਾਤਰ ਆਧਾਰ ਤੇ ਪ੍ਰਮਾਣ ਨਹੀਂ ਮਿਥਿਆ ਜਾ ਸਕਦਾ। ਸਾਂਝੀ ਭਾਸ਼ਾ ਤੋਂ ਇਲਾਵਾ ਕੌਮੀ ਭਾਈਚਾਰੇ ਅੰਦਰ ਸਾਂਝ ਦੀ ਵੀ ਭਾਵਨਾ ਤੇ ਇਕੱਠਿਆਂ ਰਹਿਣਾ ਦੀ ਇੱਛਾ ਤੇ ਇਰਾਦਾ ਬੇਹੱਦ ਜ਼ਰੂਰੀ ਹੁੰਦਾ ਹੈ। 19ਵੀਂ ਸਦੀ ਦੇ ਉੱਘੇ ਫਰਾਂਸੀਸੀ ਚਿੰਤਕ ਅਰਨੇਸਟ ਰੇਨਨ ਨੇ ਕੌਮ ਨੂੰ ਇੱਕ ਜਿਉਂਦੀ ਜਾਗਦੀ ਆਤਮਾ ਅਤੇ ਇੱਕ ਰੂਹਾਨੀ ਸੰਗਤ ਦੀ ਸੰਗਿਆ ਦਿੱਤੀ ਹੈ। ਉਸ ਦੇ ਵਿਚਾਰ ਵਿੱਚ ਇੱਕ ਕੌਮੀ ਭਾਈਚਾਰੇ ਦੇ ਮੈਂਬਰਾਂ ਅੰਦਰ ਦੋ ਗੱਲਾਂ ਜ਼ਰੂਰੀ ਹਨ। ਇੱਕ, ਯਾਦਾਂ ਦੇ ਇੱਕ ਅਮੀਰ ਵਿਰਸੇ ਦਾ ਸਾਂਝਾ ਖਜ਼ਾਨਾ। ਦੂਜਾ, ਹਕੀਕੀ ਰਜ਼ਾ ਭਾਵ ਇਕੱਠਿਆਂ ਰਹਿਣ ਦੀ ਚਾਹ ਅਤੇ ਸਾਂਝੇ ਵਿਰਸੇ ਨੂੰ ਸੰਭਾਲ ਕੇ ਰੱਖਣ ਦਾ ਦ੍ਰਿੜ ਇਰਾਦਾ। ਇਸ ਦੇ ਨਾਲ ਹੀ ਰੇਨਨ ਭਵਿੱਖ ਦੇ ਆਦਰਸ਼ਾਂ ਦੀ ਸਾਂਝ ਨੂੰ ਵੀ ਵੱਡੀ ਅਹਿਮੀਅਤ ਦਿੰਦਾ ਹੈ। ਉਹ ਇੱਕ ਕੌਮੀ ਭਾਈਚਾਰੇ ਅੰਦਰ ਅਤੀਤ ਵਿੱਚ ਰਲ ਕੇ ਝੱਲੀਆਂ ਮੁਸੀਬਤਾਂ ਦੇ ਸਾਂਝੇ ਅਹਿਸਾਸ, ਹਾਰਾਂ ਦੇ ਸਾਂਝੇ ਦਰਦ, ਜਿੱਤਾਂ ਦੇ ਸਾਂਝੇ ਸਰੂਰ, ਸਾਂਝੀਆਂ ਖੁਸ਼ੀਆਂ ਅਤੇ ਭਵਿੱਖ ਦੇ ਸਾਂਝੇ ਸੁਪਨਿਆਂ ਨੂੰ ਇੱਕ ਕੌਮ ਦੇ ਅਤ ਅਹਿਮ ਤੇ ਜ਼ਰੂਰੀ ਲੱਛਣ ਗਿਣਦਾ ਹੈ। ਇਹ ਗੱਲ ਨਹੀਂ ਕਿ ਅਕਾਲੀ ਲੀਡਰਸ਼ਿਪ ਨੂੰ ਰੇਨਨ ਤੇ ਹੋਰਨਾਂ ਵਿਦਵਾਨਾਂ ਦੇ ਇਹਨਾਂ ਵਿਚਾਰਾਂ ਦੀ ਉੱਕਾ ਹੀ ਜਾਣਕਾਰੀ ਨਹੀਂ ਸੀ। 1945-46 ਵਿੱਚ ਸਿੱਖ ਸਟੇਟ ਦੀ ਮੰਗ ਕਰਨ ਮੌਕੇ ਅਕਾਲੀ ਆਗੂਆਂ ਤੇ ਸਿੱਖ ਵਿਦਵਾਨਾਂ ਨੇ ਇਸ ਵਿਕਸਿਤ ਰਾਜਨੀਤਿਕ ਸਿਧਾਂਤ ਦੇ ਆਧਾਰ ਤੇ ਹੀ ਸਿੱਖ ਕੌਮ ਦੀ ਧਾਰਨਾ ਦੇ ਪੱਖ ਵਿੱਚ ਠੋਕਵੀਂ ਦਲੀਲਬਾਜ਼ੀ ਕਰਦਿਆਂ ਇਹ ਪ੍ਰਵਾਨਣਯੋਗ ਤੱਥ ਉਭਾਰਿਆ ਸੀ ਕਿ ਖਾਲਸਾ ਪੰਥ ਅੰਦਰ ਉਹ ਸਾਰੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ ਜੋ ਕਿ ਇੱਕ ਕੌਮੀ ਭਾਈਚਾਰੇ ਲਈ ਜ਼ਰੂਰੀ ਸਮਝੀਆਂ ਜਾਂਦੀਆਂ ਹਨ। ਸਿੱਖ ਕੌਮ ਦੀ ਧਾਰਨਾ ਨੂੰ ਝੁਠਲਾਉਣ ਦੇ ਯਤਨ ਤੋਂ ਦੋ ਪਾਸਿਆਂ ਤੋਂ ਹੋ ਰਹੇ ਸਨ। ਇੱਕ, ਹਿੰਦੂ ਗਲਬਾ ਪ੍ਰਸਤਾਂ ਵੱਲੋਂ ਜੋ ਸਿੱਖਾਂ ਨੂੰ ਹਿੰਦੂ ਭਾਈਚਾਰੇ ਦਾ ਹੀ ਅੰਗ ਕਰਾਰ ਦੇ ਰਹੇ ਸਨ। ਦੂਜਾ, ਉਹਨਾਂ ਤਾਕਤਾਂ ਵੱਲੋਂ ਜੋ ਇਸ ਮਤ ਉੱਤੇ ਕੱਟੜਪੁਣੇ ਨਾਲ ਅੜੀਆਂ ਹੋਈਆਂ ਸਨ ਕਿ ਧਰਮ ਕਿਸੇ ਕੌਮ ਦਾ ਆਧਾਰ ਨਹੀਂ ਹੋ ਸਕਦਾ। ਖੱਬੇ ਪੱਖੀ ਤਾਕਤਾਂ ਇਸ ਮਤ ਦੀ ਪੈਰਵਾਈ ਕਰਨ ਵਿੱਚ ਸਭ ਤੋਂ ਮੂਹਰੇ ਹਨ ਜਾਂ ਸਨ। ਇਸ ਤੋਂ ਇਲਾਵਾ ਪੱਛਮ ਦੀ ਆਧੁਨਿਕ ਸੋਚ ਤੋਂ ਪ੍ਰਭਾਵਿਤ ਹੋਰ ਵੀ ਲੋਕ ਸਨ ਜਿਨ੍ਹਾਂ ਨੂੰ ਸਿੱਖ ਕੌਮ ਦੀ ਧਾਰਨਾ ਚੋਂ ਫਿਰਕੂ ਤੰਗ ਨਜ਼ਰੀ ਦਾ ਮੁਸ਼ਕ ਆਉਂਦਾ ਸੀ। ਉਹ ਧਰਮ ਨੂੰ ਵਿਅਕਤੀ ਦਾ ਇੱਕ ਨਿੱਜੀ ਮਾਮਲਾ ਕਰਾਰ ਦੇਣ ਦੀ ਪੱਛਮ ਦੀ ਸੈਕੂਲਰ ਵਿਚਾਰਧਾਰਾ ਦੇ ਕਾਇਲ ਸਨ। ਸਮਾਜ ਅੰਦਰ ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਵਾਲੀ ਸੋਚ ਅਤੇ ਸਰਗਰਮੀ ਨੂੰ ਉਹ ਸਖਤ ਨਾਪਸੰਦ ਕਰਦੇ ਸਨ। ਉਹ ਇਸ ਫਿਰਕੂ ਰਾਜਨੀਤੀ ਨੂੰ ਮਨੁੱਖੀ ਏਕਤਾ ਤੇ ਭਾਈਚਾਰੇ ਨੂੰ ਢਾਹ ਲਾਉਣ ਵਾਲੀ ਸਭ ਤੋਂ ਵੱਡੀ ਬਲਾ ਸਮਝਦੇ ਸਨ। ਉਹਨਾਂ ਦਾ ਇਹ ਮੰਨਣਾ ਸੀ ਕਿ ਧਾਰਮਿਕ ਜਜ਼ਬਾ ਸਮਾਜ ਅੰਦਰ ਆਪਸੀ ਨਫ਼ਰਤ, ਵਖਰੇਵੇਂ ਤੇ ਦੁਸ਼ਮਣੀ ਦੀਆਂ ਭਾਵਨਾਵਾਂ ਪੈਦਾ ਕਰਕੇ ਇੱਕ ਢਾਹੂ ਰੋਲ ਨਿਭਾ ਰਿਹਾ ਹੈ। ਉਹਨਾਂ ਦੀ ਇੱਛਾ ਸੀ ਕਿ ਲੋਕਾਂ ਅੰਦਰ ਇੱਕ ਅਜਿਹਾ ਖਰਾ ਕੌਮੀ ਜਜ਼ਬਾ ਪੈਦਾ ਹੋਵੇ ਜੋ ਉਹਨਾਂ ਨੂੰ ਧਾਰਮਿਕ ਤਵੱਸਬਾਂ ਤੋਂ ਮੁਕਤ ਕਰਕੇ ਇੱਕ ਵਡੇਰੀ ਏਕਤਾ ਦੀ ਲੜੀ ਵਿੱਚ ਪਰੋ ਦੇਵੇ। ਇਸ ਮਾਮਲੇ 'ਚ ਉਹਨਾਂ ਦਾ ਆਦਰਸ਼ ਪੱਛਮ ਦੀਆਂ ਵਿਕਸਿਤ ਕੌਮਾਂ ਦਾ ਮਾਡਲ ਸੀ ਜਿਸ ਨੂੰ ਉਹ ਭਾਰਤੀ ਸਮਾਜ ਨੂੰ ਚੰਬੜੀ ਫਿਰਕੂ ਵਬਾ ਦੀ ਸਭ ਤੋਂ ਭਰੋਸੇਯੋਗ ਦਾਰੂ ਸਮਝਦੇ ਸਨ। ਉਹ ਭਾਰਤ ਅੰਦਰ ਪੱਛਮ ਦੀ ਤਰਜ਼ ਤੇ ਭਾਸ਼ਾਈ ਆਧਾਰ ਤੇ ਅਲੱਗ-ਅਲੱਗ ਕੌਮੀਅਤਾਂ ਦਾ ਵਿਕਾਸ ਚਿਤਵਦੇ ਸਨ।
ਇਸ ਵਿਚਾਰਧਾਰਕ ਆਧਾਰ ਤੇ ਉਹ ਮੁਸਲਿਮ ਲੀਗ ਦੇ ਦੋ ਕੌਮਾਂ ਦੇ ਸਿਧਾਂਤ ਅਤੇ ਸਿੱਖ ਕੌਮ ਦੀ ਧਾਰਨਾ ਦੀ ਘਾਟਵੀਂ ਮੁਖਾਲਫਤ ਕਰਦੇ ਸਨ। ਉਹ ਪੰਜਾਬ ਦੇ ਲੋਕਾਂ ਨੂੰ ਅਲੱਗ-ਅਲੱਗ ਧਾਰਮਿਕ ਇਕਾਈਆਂ ਵਿੱਚ ਵੰਡ ਕੇ ਦੇਖਣ ਵਾਲੀ ਸੋਚ ਤੇ ਸਿਆਸਤ ਦੇ ਕੱਟੜ ਨਿੰਦਕ ਸਨ ਅਤੇ ਪੰਜਾਬ ਦੇ ਸਮੁੱਚੇ ਲੋਕਾਂ ਅੰਦਰ ਇੱਕ ਸਾਂਝੀ ਕੌਮੀ ਭਾਵਨਾ ਦਾ ਵਿਕਾਸ ਲੋਚਦੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਪੰਜਾਬੀ ਬੋਲੀ ਦਾ ਜਜ਼ਬਾ ਹੀ ਭਾਈਚਾਰੇ ਅੰਦਰ ਅਜਿਹੀ ਸਾਂਝੀ ਕੌਮੀ ਭਾਵਨਾਵਾਂ ਪ੍ਰਫੁੱਲਤ ਕਰਨ ਦਾ ਭਰੋਸੇਯੋਗ ਆਧਾਰ ਅਤੇ ਸਾਧਨ ਬਣ ਸਕਦਾ ਹੈ। ਇਸੇ ਸੋਚ ਅਤੇ ਵਿਸ਼ਵਾਸ ਚੋਂ ਉਹ ਪੰਜਾਬ ਦੇ ਲੋਕਾਂ ਅੰਦਰ ਸਾਂਝਾ ਭਾਸ਼ਾਈ ਜਜ਼ਬਾ ਉਭਾਰਨ ਦੇ ਕਾਰਜ ਨੂੰ ਆਪਣਾ ਸਰਵ ਸ਼੍ਰੋਮਣੀ ਕਰਤੱਵ ਮਿੱਥ ਕੇ ਚੱਲਦੇ ਸਨ। ਕੁਲਵੰਤ ਸਿੰਘ ਵਿਰਕ ਨੇ ਤੇ ਹਰਬੰਸ ਸਿੰਘ ਨਾਉ ਦੇ ਦੋ ਸੁਲਝੇ ਹੋਏ ਵਿਦਵਾਨਾਂ ਵੱਲੋਂ 1948 ਵਿੱਚ ਪੰਜਾਬੀ ਸੂਬੇ ਦੇ ਪੱਖ ਵਿੱਚ ਲਿਖਿਆ ਇੱਕ ਕਿਤਾਬਚੇ ਦਾ ਨਾਂ ਹੈ ਜੀ ਗ੍ਰੇਟਰ ਈਸਟ ਪੰਜਾਬ, ਆ ਪਲੀ ਫॉर ਲਿੰਗੁਇਸਟਿਕ ਰੀਗਰੁਪਿੰਗ। ਇਸ ਸੋਚ ਧਾਰਾ ਦੀ ਫਬਵੀਂ ਨੁਮਾਇੰਦਗੀ ਕਰਦਾ ਹੈ। ਵਿਦਵਾਨ ਲੇਖਕਾਂ ਨੇ ਆਪਣੀ ਲਿਖਤ ਅੰਦਰ ਜਿੱਥੇ ਪੰਜਾਬੀ ਬੋਲੀ ਦੇ ਨਿੰਦਕਾਂ, ਆਰੀਆ ਸਮਾਜੀਆਂ ਤੇ ਹਿੰਦੂ ਫਿਰਕਾ ਪ੍ਰਸਤਾਂ ਦੇ ਫਿਰਕੂ ਨਜ਼ਰੀਏ ਤੇ ਗੁੰਮਰਾਹ ਕਰੂ ਦਲੀਲਾਂ ਨੂੰ ਧਰ ਕੇ ਛੰਡਿਆ ਹੈ, ਉੱਥੇ ਨਾਲ ਹੀ ਅਕਾਲੀ ਆਗੂਆਂ ਨੂੰ ਖਾਸ ਕਰਕੇ ਮਾਸਟਰ ਤਾਰਾ ਸਿੰਘ ਨੂੰ ਧਾਰਮਿਕ ਤੰਗ ਨਜ਼ਰੀ ਦਾ ਦੋਸ਼ੀ ਕਰਾਰ ਦਿੱਤਾ ਹੈ, ਇਹ ਕਹਿ ਕੇ ਕਿ ਉਹ ਬੋਲੀ ਦੇ ਮਸਲੇ ਨੂੰ ਧਰਮ ਨਾਲ ਜੋੜਨ ਦਾ ਸੈਕੂਲਰ ਘਾਤੀ ਪਾਪ ਕਰਦਾ ਹੈ। ਆਧੁਨਿਕਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠਲੇ ਇਸ ਵਰਗ ਦੀਆਂ ਭਾਵਨਾਵਾਂ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਮਨੁੱਖੀ ਏਕਤਾ ਤੇ ਭਾਈਚਾਰੇ ਦੀ ਇੱਛਾ ਪਾਲਣੀ ਮਾੜੀ ਗੱਲ ਨਹੀਂ, ਪਰ ਇੱਕ ਅੰਗਰੇਜ਼ੀ ਅਖਾਣ ਮੁਤਾਬਕ ਕਈ ਵੇਰਾਂ ਨੇਕ ਇੱਛਾਵਾਂ ਹੀ ਮਨੁੱਖ ਨੂੰ ਨਰਕ ਦੇ ਬੂਹੇ ਵੱਲ ਲੈ ਜਾਂਦੀਆਂ ਹਨ। ਕਹਿਣ ਦਾ ਭਾਵ ਇਹ ਕਿ ਕਈ ਵਾਰ ਨੇਕ ਭਾਵਨਾਵਾਂ ਚੋਂ ਅਪਣਾਇਆ ਗਲਤ ਸਿਧਾਂਤਕ ਪੈਂਤੜਾ ਇੱਛਾ ਦੇ ਉਲਟ ਨਤੀਜਿਆਂ ਦਾ ਜਣਨਹਾਰ ਹੋ ਨਿਬੜਦਾ ਹੈ। ਜੇਕਰ ਏਕਤਾ ਦੀ ਇੱਛਾ ਪਾਲਣ ਨਾਲ ਹੀ ਇਨਸਾਨੀ ਭਾਈਚਾਰਾ ਪ੍ਰਫੁੱਲਤ ਹੋ ਸਕਦਾ ਹੁੰਦਾ ਤਾਂ ਸੰਸਾਰ ਵਿਰੋਧਾਂ ਦੇ ਦੁਸ਼ਮਣੀਆਂ ਤੋਂ ਚਿਰੋਕਣਾ ਮੁਕਤ ਹੋ ਚੁੱਕਾ ਹੁੰਦਾ, ਪਰ ਅਜਿਹਾ ਨਹੀਂ ਹੋਇਆ। ਕਿਉਂਕਿ ਪਰਿਵਾਰਕ ਇਕਾਈ ਹੋਵੇ ਜਾਂ ਵਿਸ਼ਾਲ ਸਮਾਜੀ ਭਾਈਚਾਰਾ, ਹਕੀਕੀ ਇਤਫਾਕ ਤਾਂ ਹੀ ਸੰਭਵ ਹੈ ਜੇਕਰ ਇੱਕ ਦੂਸਰੇ ਦੀ ਆਜ਼ਾਦਾਨਾ ਹਸਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਪਸੀ ਸਬੰਧਾਂ ਨੂੰ ਬਰਾਬਰੀ, ਇਨਸਾਫ ਤੇ ਆਪਸੀ ਸਤਿਕਾਰ ਦੀਆਂ ਬੁਨਿਆਦਾਂ ਉੱਤੇ ਉਸਾਰਿਆ ਜਾਵੇ। ਜਿੱਥੇ ਨਾ ਬਰਾਬਰੀ ਤੇ ਬੇਇਨਸਾਫੀ ਹੈ ਉਥੇ ਹਕੀਕੀ ਏਕਤਾ ਸੰਭਵ ਨਹੀਂ। ਦਾਬੇ ਦੀ ਲਾਲਸਾ ਲਾਜ਼ਮੀ ਤੌਰ ਤੇ ਵਿਤਕਰੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ ਅਤੇ ਜਿੱਥੇ ਦੂਈ ਦਵੈਤ ਹੈ ਉਥੇ ਆਪਸੀ ਖਹਿਬਾਜ਼ੀ ਤੇ ਕਲੇਸ਼ਪੁਣੇ ਤੋਂ ਬਚ ਸਕਣਾ ਕਤਈ ਤੌਰ ਤੇ ਸੰਭਵ ਨਹੀਂ ਹੈ। ਇਹ ਗੱਲ ਵਿਅਕਤੀਆਂ ਤੋਂ ਲੈ ਕੇ ਸਮਾਜੀ ਗਰੁੱਪਾਂ, ਸੰਗਠਨਾਂ ਅਤੇ ਭਾਈਚਾਰਿਆਂ ਦੇ ਆਪਸੀ ਸਬੰਧਾਂ ਉੱਤੇ ਬਰਾਬਰ ਲਾਗੂ ਹੁੰਦੀ ਹੈ। ਆਧੁਨਿਕਵਾਦੀਆਂ ਵੱਲੋਂ ਅਜਿਹਾ ਸੋਚਣਾ ਉੱਕਾ ਹੀ ਗਲਤ ਸੀ ਤੇ ਹੈ ਕਿ ਵੱਖਰੀ ਸਿੱਖ ਕੌਮ ਦੀ ਧਾਰਨਾ ਪੰਜਾਬ ਦੇ ਲੋਕਾਂ ਅੰਦਰ ਕੋਈ ਦੁਸ਼ਮਣੀ ਜਾਂ ਦਰਾੜ ਪੈਦਾ ਕਰਨ ਦਾ ਸਬੱਬ ਬਣਦੀ ਹੈ। ਹਰ ਕੋਈ ਭਾਈਚਾਰੇ ਅੰਦਰ ਆਪਣੀ ਸੁਤੰਤਰ ਹਸਤੀ ਤੇ ਪਛਾਣ ਨੂੰ ਬਰਕਰਾਰ ਰੱਖਣ ਦਾ ਕੁਦਰਤੀ ਜਜ਼ਬਾ ਮੌਜੂਦ ਹੁੰਦਾ ਹੈ। ਇਹ ਜਜ਼ਬਾ ਕਿਸੇ ਸਮੇਂ ਲੰਮਾ ਚਿਰ ਦੱਬਿਆ ਸੁਸਤਾਇਆ ਰਹਿ ਸਕਦਾ ਹੈ, ਪਰ ਮੌਕਾ ਜੁੜਨ ਨਾਲ ਇਹ ਕਿਰਿਆਸ਼ੀਲ ਹੋ ਉੱਠਦਾ ਹੈ ਅਤੇ ਇਸ ਦੇ ਨਾਲ ਹੀ ਸੰਬੰਧਿਤ ਭਾਈਚਾਰੇ ਦੀਆਂ ਰਗਾਂ ਅੰਦਰ ਇੱਕ ਨਵਾਂ ਲਹੂ ਦੌੜਨ ਲੱਗ ਜਾਂਦਾ ਹੈ। ਉਸ ਅੰਦਰ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਦੀ ਉਮੰਗ ਅੰਗੜਾਈਆਂ ਲੈ ਉੱਠਦੀ ਹੈ। ਜੇਕਰ ਇਸ ਉਮੰਗ ਦੇ ਮੌਲਣ ਤੇ ਵਿਕਸਣ ਲਈ ਸੁਤੰਤਰ ਵਾਤਾਵਰਨ ਨਸੀਬ ਹੋ ਜਾਵੇ ਤਾਂ ਸਮਾਜੀ ਵਿਕਾਸ ਦੀ ਧਾਰਾ ਬੇਰੋਕ ਆਪਣਾ ਵਹਿਣ ਅਖਤਿਆਰ ਕਰ ਲੈਂਦੀ ਹੈ।
ਪਰੰਤੂ ਜੇਕਰ ਇਸ ਉਮੰਗ ਨੂੰ ਦਬਾਉਣ ਅਤੇ ਕੁਚਲਣ ਦਾ ਯਤਨ ਕੀਤਾ ਜਾਵੇ ਤਾਂ ਸਮਾਜ ਅੰਦਰ ਵਿਰੋਧ, ਟਕਰਾਅ ਅਤੇ ਅਸ਼ਾਂਤੀ ਅਟੱਲ ਬਣ ਜਾਂਦੀ ਹੈ। ਜਦ ਕਿਸੇ ਕੌਮੀ ਭਾਈਚਾਰੇ ਦੀ ਆਜ਼ਾਦੀ ਦੇ ਤੇ ਸਵੈਮਾਨ ਨਾਲ ਜਿਉਣ ਦੀ ਇੱਛਾ ਨੂੰ ਦਬਾਇਆ ਜਾਂਦਾ ਹੈ ਤਾਂ ਉਸ ਅੰਦਰ ਰੋਸ ਤੇ ਗੁੱਸੇ ਦੀਆਂ ਭਾਵਨਾਵਾਂ ਪੈਦਾ ਹੋਣੀਆਂ ਸੁਭਾਵਿਕ ਹਨ ਤੇ ਹੱਕ ਬਜਾਨਬ ਵੀ। ਇਸ ਨਾਲ ਇਨਸਾਨੀ ਏਕਤਾ ਅਤੇ ਭਾਈਚਾਰੇ ਨੂੰ ਯਕੀਨਨ ਹੀ ਵੱਡੀ ਢਾਹ ਲੱਗਦੀ ਹੈ। ਪਰੰਤੂ ਇਹ ਹਾਲਤ ਪੈਦਾ ਕਰਨ ਦੀ ਜ਼ਿੰਮੇਵਾਰੀ ਧੱਕੇ ਤੇ ਬੇਇਨਸਾਫੀ ਦਾ ਸ਼ਿਕਾਰ ਧਿਰ ਸਿਰ ਨਹੀਂ ਸਗੋਂ ਜਾਬਰ ਧਿਰ ਸਿਰ ਆਇਦ ਹੁੰਦੀ ਹੈ। ਜਿੰਨਾ ਚਿਰ ਜਾਬਰ ਧਿਰ ਮਜ਼ਲੂਮ ਧਿਰ ਦਾ ਆਜ਼ਾਦੀ ਤੇ ਸਵੈਮਾਨ ਨਾਲ ਜਿਉਣ ਦਾ ਹੱਕ ਪ੍ਰਵਾਨ ਨਹੀਂ ਕਰਦੀ, ਉਹਨਾਂ ਚਿਰ ਸਹੀ ਅਰਥਾਂ ਵਿੱਚ ਸਮਾਜੀ ਅਮਨ ਤੇ ਭਾਈਚਾਰਾ ਕਾਇਮ ਨਹੀਂ ਹੋ ਸਕਦਾ। ਆਪਣੇ ਆਪ ਨੂੰ ਮਾਡਰਨਿਸਟ, ਸੈਕੂਲਰਿਸਟ ਕਹਾਉਣ ਵਾਲੇ ਲੋਕਾਂ ਦੀ ਮਰਜ਼ ਇਹ ਹੈ ਕਿ ਉਹ ਝੰਡਾ ਤਾਂ ਪੰਜਾਬੀ ਸਮਾਜ ਦੀ ਏਕਤਾ, ਫਿਰਕੂ ਅਮਨ ਤੇ ਸਦਭਾਵਨਾ ਦਾ ਚੁੱਕਦੇ ਹਨ, ਪਰ ਸਿੱਖ ਪੰਥ ਦੀ ਨਿਵੇਕਲੀ ਪਛਾਣ ਤੇ ਵੱਖਰੀ ਸਿੱਖ ਕੌਮ ਦੀ ਧਾਰਨਾ ਤੋਂ ਮੁਨਕਰ ਹੋ ਕੇ ਉਹ ਅੰਤਮ ਨਤੀਜੇ ਦੇ ਤੌਰ ਤੇ ਹਿੰਦੂ ਫਿਰਕਾ ਪ੍ਰਸਤੀ ਦੇ ਪੈਰੋਕਾਰ ਹੋ ਨਿਬੜਦੇ ਹਨ। ਵਜ੍ਹਾ ਇਹ ਕਿ ਇੱਕ ਤਾਂ ਉਹਨਾਂ ਦਾ ਧਰਮ ਅਰਥਾਤ ਆਧੁਨਿਕਵਾਦੀ ਵਿਚਾਰਧਾਰਾ ਉਹਨਾਂ ਨੂੰ ਇਹ ਕੁਮੱਤ ਦਿੰਦਾ ਹੈ ਕਿ ਧਰਮ ਕਿਸੇ ਵੀ ਸੂਰਤ ਵਿੱਚ ਕੌਮ ਦਾ ਆਧਾਰ ਨਹੀਂ ਹੋ ਸਕਦਾ। ਦੂਜਾ, ਉਹਨਾਂ ਦੀ ਇਹ ਕੱਟੜ ਧਾਰਨਾ ਹੈ ਕਿ ਮਹਿਜ ਭਾਸ਼ਾ ਦੀ ਸਾਂਝ ਹੀ ਕਿਸੇ ਜਨ ਸਮੂਹ ਨੂੰ ਇੱਕ ਸਾਂਝੇ ਕੌਮੀ ਭਾਈਚਾਰੇ ਦਾ ਖਾਸਾ ਤੇ ਰੁਤਬਾ ਪ੍ਰਦਾਨ ਕਰਦੀ ਹੈ। ਕੁਲਵੰਤ ਸਿੰਘ ਵਿਰਕ ਤੇ ਹਰਬੰਸ ਸਿੰਘ ਦੁਆਰਾ ਲਿਖਿਆ ਗਿਆ ਕਿਤਾਬਜਾ ਭਾਸ਼ਾ ਦੇ ਰੋਲ ਬਾਰੇ ਇੱਕ ਪਾਸੜ ਤੇ ਉਲਾਰ ਸਮਝ ਦਾ ਸਿੱਕੇਬੰਦ ਨਮੂਨਾ ਪੇਸ਼ ਕਰਦਾ ਹੈ। ਉਦਾਹਰਣ ਵਜੋਂ ਵਿਦਵਾਨ ਲੇਖਕਾਂ ਦਾ ਇਹ ਅਟੁੱਟ ਵਿਸ਼ਵਾਸ ਤੇ ਦਾਅਵਾ ਹੈ ਕਿ ਇਤਿਹਾਸ ਦੇ ਸਮੁੱਚੇ ਅਮਲ ਦੌਰਾਨ ਇੱਕੋ ਭਾਸ਼ਾ ਬੋਲਣ ਵਾਲੇ ਲੋਕਾਂ ਨੇ ਇੱਕ ਗਰੁੱਪ ਦੇ ਤੌਰ ਤੇ ਅਮਲ ਕਰਨ ਦਾ ਰੁਝਾਨ ਪ੍ਰਗਟਾਇਆ ਹੈ। ਇਸ ਦੀ ਇੱਕ ਵਜ੍ਹਾ ਇਹ ਹੈ ਕਿ ਇੱਕ ਸਾਂਝੀ ਭਾਸ਼ਾ ਨਾਲ ਜੁੜੇ ਲੋਕ ਨਾਲ ਹੀ ਸਾਂਝਾ ਇਤਿਹਾਸ, ਸਾਂਝੀਆਂ ਰਵਾਇਤਾਂ, ਇੱਕ ਸਾਂਝੇ ਸੱਭਿਆਚਾਰ ਅਤੇ ਸਾਂਝੀਆਂ ਪ੍ਰਾਪਤੀਆਂ ਦੀ ਖਾਹਿਸ਼ ਵੀ ਰੱਖਦੇ ਹੋਣਗੇ। ਇਹ ਇੱਕੋ ਟੂਕ ਕਿਤਾਬਚੇ ਦੇ ਲੇਖਕਾਂ ਦੀ ਸਿਧਾਂਤਕ ਉਲਝਣ ਤੇ ਕਮਜ਼ੋਰੀ ਦਾ ਸਾਰਾ ਭਾਂਡਾ ਭੰਨ ਕੇ ਰੱਖ ਦਿੰਦੀ ਹੈ। ਵਿਦਵਾਨ ਲੇਖਕ ਇਸ ਤੱਥ ਤੋਂ ਭਲੀ ਭਾਂਤ ਜਾਣੂ ਪ੍ਰਤੀਤ ਹੁੰਦੇ ਹਨ ਕਿ ਕਿਸੇ ਜਨ ਸਮੂਹ ਦੇ ਇੱਕ ਕੌਮੀ ਗਰੁੱਪ ਦਾ ਦਰਜਾ ਹਾਸਲ ਕਰਨ ਲਈ ਮਹਿਜ ਸਾਂਝੀ ਭਾਸ਼ਾ ਹੀ ਕਾਫੀ ਨਹੀਂ, ਸਗੋਂ ਨਾਲ ਹੀ ਸਾਂਝਾ ਇਤਿਹਾਸ, ਸਾਂਝੀਆਂ ਰਿਵਾਇਤਾਂ ਤੇ ਸਾਂਝਾ ਸੱਭਿਆਚਾਰ ਆਦਿ ਪੱਖ ਵੀ ਜ਼ਰੂਰੀ ਹਨ। ਪੰਜਾਬੀ ਬੋਲਣ ਵਾਲੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਇੱਕ ਸਾਲਮ ਕੌਮ ਵਜੋਂ ਵਿਕਸਿਤ ਹੋਣ ਦੀ ਜ਼ੋਰਦਾਰ ਇੱਛਾ ਰੱਖਣ ਵਾਲੇ ਇਹਨਾਂ ਵਿਦਵਾਨ ਸੱਜਣਾ ਨੇ ਇਹ ਖੁਦ ਹੀ ਮਿਥ ਲਿਆ ਕਿ ਸਾਂਝੀ ਭਾਸ਼ਾ ਨਾਲ ਜੁੜੇ ਲੋਕਾਂ ਦਾ ਸੁਭਾਵਿਕ ਹੀ ਇਤਿਹਾਸ, ਰਵਾਇਤਾਂ ਤੇ ਸੱਭਿਆਚਾਰ ਵੀ ਜ਼ਰੂਰ ਸਾਂਝਾ ਹੋਵੇਗਾ। ਇੱਕ ਤੱਥ ਤੋਂ ਅਗਾਂਹ ਆਪਣੇ ਮਨ ਇੱਛਤ ਨਤੀਜੇ ਕੱਢਣ ਦੀ ਇਸ ਰੁਚੀ ਨੂੰ ਫਲਸਫੇ ਦੀ ਭਾਸ਼ਾ ਅੰਦਰ ਡਿਡਕਟਿਵ ਲੌਜਿਕ ਕਿਹਾ ਜਾਂਦਾ ਹੈ। ਸੰਸਾਰ ਇਤਿਹਾਸ ਅੰਦਰ ਅਜਿਹੀਆਂ ਕਿੰਨੀਆਂ ਹੀ ਉਦਾਹਰਣਾਂ ਮਿਲਦੀਆਂ ਹਨ ਜਦ ਇੱਕੋ ਭਾਸ਼ਾ ਨਾਲ ਜੁੜੇ ਲੋਕਾਂ ਨੇ ਇਤਿਹਾਸਕ ਕਾਰਨਾਂ ਕਰਕੇ ਆਪਣੇ ਆਪ ਨੂੰ ਅਲੱਗ-ਅਲੱਗ ਕੌਮਾਂ ਦੇ ਰੂਪ ਵਿੱਚ ਸੰਗਠਿਤ ਕੀਤਾ ਹੈ। ਇੰਗਲੈਂਡ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਆਦਿ ਮੁਲਕਾਂ ਨੇ ਸਾਂਝੀ ਭਾਸ਼ਾ ਦੇ ਬਾਵਜੂਦ ਅਲੱਗ-ਅਲੱਗ ਤੇ ਸੁਤੰਤਰ ਕੌਮਾਂ ਦਾ ਸਰੂਪ ਅਖਤਿਆਰ ਕਰ ਲਿਆ। ਪੰਜਾਬੀ ਕੌਮ ਦੀ ਧਾਰਨਾ ਦੇ ਸਮਰਥਕਾਂ ਵੱਲੋਂ ਇਸ ਉਦਾਹਰਣ ਨੂੰ ਅਕਸਰ ਇਸ ਦਲੀਲ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਮੁਲਕਾਂ ਦੇ ਅਲੱਗ-ਅਲੱਗ ਕੌਮਾਂ ਵਜੋਂ ਵਿਕਸਿਤ ਹੋਣ ਦਾ ਮੂਲ ਕਾਰਨ ਉਹਨਾਂ ਦਾ ਆਪਸੀ ਭੂਗੋਲਿਕ ਵਖਰੇਵਾਂ ਹੈ। ਖੈਰ, ਜੇਕਰ ਸਦੀਆਂ ਤੋਂ ਇੱਕੋ ਖਿੱਤੇ ਅੰਦਰ ਰਹਿੰਦੇ ਤੇ ਇੱਕੋ ਬੋਲੀ ਬੋਲਦੇ ਆ ਰਹੇ ਲੋਕਾਂ ਦੇ
ਇੱਕ ਸਾਂਝੀ ਕੌਮੀਅਤ ਵਜੋਂ ਵਿਕਸਿਤ ਹੋਣ ਦੀ ਥਾਂ ਦੋ ਅਲੱਗ-ਅਲੱਗ ਕੌਮਾਂ ਦਾ ਸਰੂਪ ਅਖਤਿਆਰ ਕਰ ਲੈਣ ਦੀ ਉਦਾਹਰਣ ਹੀ ਗਿਣਨੀ ਹੋਵੇ ਤਾਂ ਬੰਗਾਲ ਦਾ ਮਾਮਲਾ ਸਾਹਮਣੇ ਹੈ। ਜੇਕਰ ਕੋਈ ਇਹ ਸਮਝਦਾ ਹੈ ਕਿ ਬੰਗਾਲ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਕਾਰਵਾਈ ਸਿਰਫ ਲਾਰਡ ਕਰਜ਼ਨ ਦੇ ਖੋਚਰੀ ਦਿਮਾਗ ਦੀ ਕਾਢ ਸੀ ਤਾਂ ਉਹ ਬੰਗਾਲ ਦੇ ਇਤਿਹਾਸ ਤੇ ਸਮਾਜਿਕ ਹਕੀਕਤ ਤੋਂ ਆਪਣੀ ਕੋਰੀ ਅਗਿਆਨਤਾ ਦਾ ਪ੍ਰਗਟਾਵਾ ਕਰਦਾ ਹੈ। ਇਹ ਤੱਥ ਬਹੁਤ ਹੀ ਅਹਿਮ ਹੈ ਕਿ ਲਾਰਡ ਕਰਜ਼ਨ ਦੀ ਬੰਗਾਲ ਦੀ ਵੰਡ ਦੀ ਤਜਵੀਜ਼ 1905 ਦਾ ਵਿਰੋਧ ਮੁੱਖ ਤੌਰ ਤੇ ਹਿੰਦੂ ਵਰਗ ਵੱਲੋਂ ਹੀ ਹੋਇਆ ਸੀ। ਮੁਸਲਿਮ ਵਰਗ ਨੇ ਬਟਵਾਰੇ ਦੀ ਇਸ ਤਜਵੀਜ਼ ਦਾ ਨਾ ਸਿਰਫ ਵਿਰੋਧ ਨਹੀਂ ਸੀ ਕੀਤਾ, ਸਗੋਂ ਇਸ ਦੀ ਹਮਾਇਤ ਕੀਤੀ ਸੀ। ਕਾਰਨ ਇਹ ਕਿ ਬੰਗਾਲ ਦਾ ਇਤਿਹਾਸਕ ਵਿਕਾਸ ਕੁਝ ਇਸ ਤਰ੍ਹਾਂ ਹੋਇਆ ਕਿ ਇਸ ਦੇ ਪੂਰਬੀ ਤੇ ਪੱਛਮੀ ਭਾਗਾਂ ਵਿਚਕਾਰ ਇੱਕ ਵੱਡਾ ਸਮਾਜਿਕ ਵਖਰੇਵਾਂ ਤੇ ਪਾੜਾ ਪੈਦਾ ਹੋ ਗਿਆ। ਪੂਰਬੀ ਬੰਗਾਲ ਦੀ ਭਾਰੂ ਮੁਸਲਿਮ ਵਸੋਂ ਹਿੰਦੂ ਜ਼ਿਮੀਂਦਾਰਾਂ ਦੇ ਅਤਿਆਚਾਰਾਂ, ਲੁੱਟ-ਖਸੁੱਟ ਤੇ ਗਲਬੇ ਦਾ ਸ਼ਿਕਾਰ ਹੋਣ ਕਰਕੇ ਅੰਤਾਂ ਦੀ ਗਰੀਬੀ ਤੇ ਸਮਾਜਿਕ ਪਛੜੇਵੇਂ ਦਾ ਸ਼ਿਕਾਰ ਹੋ ਕੇ ਰਹਿ ਗਈ। ਇਹ ਨਿਰੀ ਜਮਾਤੀ ਲੁੱਟ-ਖਸੁੱਟ ਤੇ ਦਾਬੇ ਦਾ ਮਾਮਲਾ ਨਹੀਂ ਸੀ। ਪੂਰਬੀ ਬੰਗਾਲ ਦੀ ਭਾਰੂ ਮੁਸਲਿਮ ਵਸੋਂ ਨੂੰ ਹਿੰਦੂ ਜ਼ਿਮੀਂਦਾਰਾਂ ਦੀ ਆਰਥਿਕ ਲੁੱਟ-ਖਸੁੱਟ ਦੇ ਨਾਲ ਹੀ ਧਾਰਮਿਕ, ਸੱਭਿਆਚਾਰਕ ਗਲਬੇ ਤੇ ਵਿਤਕਰੇਬਾਜ਼ੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਭਾਸ਼ਾ ਦੀ ਸਾਂਝ ਦੇ ਬਾਵਜੂਦ ਦੋਨੋਂ ਭਾਗਾਂ ਵਿਚਕਾਰ ਰਸਮੋ ਰਿਵਾਜਾਂ, ਰਵਾਇਤਾਂ, ਮਾਨਸਿਕ ਮੁਹਾਂਦਰੇ ਤੇ ਸੱਭਿਆਚਾਰ ਆਦਿ ਪੱਖੋਂ ਵੱਡੇ ਵਖਰੇਵੇਂ ਪੈਦਾ ਹੋ ਗਏ। ਸਾਂਝੀ ਬੰਗਾਲੀ ਪਛਾਣ ਪੂਰਬੀ ਬੰਗਾਲ ਦੀ ਮਜ਼ਲੂਮ ਮੁਸਲਿਮ ਵਸੋਂ ਉੱਤੇ ਸਵਰਨ ਜਾਤੀ ਬੰਗਾਲੀ ਹਿੰਦੂ ਵਰਗ ਦੇ ਗਲਬੇ ਦਾ ਵਿਚਾਰਧਾਰਕ ਸੰਦ ਬਣ ਕੇ ਰਹਿ ਗਈ। ਇਸ ਤਰ੍ਹਾਂ ਪੂਰਬੀ ਬੰਗਾਲ ਦੇ ਮੁਸਲਿਮ ਵਰਗ ਅੰਦਰ ਇਸ ਸਾਂਝੀ ਬੰਗਾਲੀ ਪਛਾਣ ਦੇ ਦੰਭ ਤੇ ਗਲਬੇ ਤੋਂ ਮੁਕਤ ਹੋਣ ਅਤੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਦਾ ਵਿਚਾਰ ਅਤੇ ਜਜ਼ਬਾ ਜ਼ੋਰ ਫੜਨ ਲੱਗਾ, ਜਿਸ ਦਾ ਮੰਤਕੀ ਨਿਬੇੜਾ 1971 ਵਿੱਚ ਬੰਗਲਾਦੇਸ਼ ਦੇ ਨਾਂ ਹੇਠ ਇੱਕ ਸੁਤੰਤਰ ਕੌਮੀ ਰਾਜ ਦੀ ਸਥਾਪਨਾ ਨਾਲ ਹੋਇਆ। ਜੇਕਰ ਬੰਗਾਲ ਦੀ ਵੰਡ ਦਾ ਇਹ ਤਰਕ ਸੰਗਤ ਆਧਾਰ ਮੌਜੂਦ ਨਾ ਹੁੰਦਾ ਤਾਂ ਬੰਗਾਲ ਦੇ ਲੋਕਾਂ ਨੇ ਇਸ ਨੂੰ ਕਦਾਚਿਤ ਪ੍ਰਵਾਨ ਨਹੀਂ ਸੀ ਕਰਨਾ। ਸਿਰਲੇਖ ਪੰਜਾਬੀ ਕੌਮ, ਹਕੀਕਤ ਤੇ ਭੁਲਾਵਾ। ਜੇਕਰ ਪੰਜਾਬ ਦੇ ਇਤਿਹਾਸ ਤੇ ਇਸ ਦੀ ਸਮਾਜੀ ਹਕੀਕਤ ਨੂੰ ਨੰਗੀ ਅੱਖ ਨਾਲ ਦੇਖਿਆ ਜਾਵੇ ਤਾਂ ਇਹ ਤੱਥ ਪਛਾਣਨਾ ਬਹੁਤ ਔਖਾ ਨਹੀਂ ਕਿ ਬੋਲੀ ਜਾਣ ਵਾਲੀ ਭਾਸ਼ਾ ਦੀ ਸਾਂਝ ਦੇ ਬਾਵਜੂਦ ਕੁਝ ਇਤਿਹਾਸਕ ਕਾਰਨਾਂ ਕਰਕੇ ਪੰਜਾਬੀ ਜਨ ਸਮੂਹ ਦਾ ਇੱਕ ਸਾਲਮ ਸਬੂਤੀ ਕੌਮ ਵਜੋਂ ਵਿਕਾਸ ਸੰਭਵ ਨਹੀਂ ਹੋ ਸਕਿਆ। ਪੰਜਾਬੀ ਸਮਾਜ ਦੇ ਤਿੰਨੋਂ ਪ੍ਰਮੁੱਖ ਧਾਰਮਿਕ ਵਰਗਾਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਅੰਦਰ ਵੱਡੇ ਸਮਾਜਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਵਖਰੇਵੇਂ ਮੌਜੂਦ ਹਨ। ਨਾ ਤਾਂ ਤਿੰਨੋਂ ਵਰਗਾਂ ਦੀ ਇਤਿਹਾਸ ਦੀ ਤਾਰ ਸਾਂਝੀ ਹੈ, ਨਾ ਸੱਭਿਆਚਾਰਕ ਵਿਰਸਾ ਇੱਕ ਹੈ, ਨਾ ਰਵਾਇਤਾਂ ਸਾਂਝੀਆਂ ਹਨ ਅਤੇ ਨਾ ਹੀ ਇਹਨਾਂ ਦੀ ਮਾਨਸਿਕ ਤਾਸੀਰ ਮਿਲਦੀ ਹੈ। ਤਿੰਨੋਂ ਵਰਗਾਂ ਦੀਆਂ ਇਤਿਹਾਸਕ ਯਾਦਾਂ ਤੇ ਨਾਇਕ ਅਲੱਗ-ਅਲੱਗ ਹਨ। ਸਰਹਿੰਦ ਦਾ ਸਾਕਾ, ਚਮਕੌਰ ਦੀ ਜੰਗ, ਸਮਾਣੇ, ਸਢੌਰੇ ਤੇ ਸਰਹਿੰਦ ਉੱਤੇ ਗਜ਼ਬ ਬਣ ਕੇ ਕੜਕਿਆ ਖਾਲਸੇ ਦਾ ਰੋਹ, ਛੋਟਾ ਤੇ ਵੱਡਾ ਘੱਲੂਘਾਰਾ। ਗੱਲ ਕੀ ਇਤਿਹਾਸ ਦੀ ਹਰ ਹੋਣੀ ਭਰਪੂਰ ਘਟਨਾ ਅਲੱਗ-ਅਲੱਗ ਵਰਗਾਂ ਲਈ ਅਲੱਗ-ਅਲੱਗ ਮਾਅਨੇ ਰੱਖਦੀ ਹੈ। ਰਾਤਾਂ ਦੇ ਦੀਵਾਨਾਂ ਅੰਦਰ ਢਾਡੀਆਂ ਵੱਲੋਂ ਗਾਈਆਂ ਜਾਣ ਵਾਲੀਆਂ ਵਾਰਾਂ ਤੇ ਜਗਰਾਤਿਆਂ ਅੰਦਰ ਗਾਈਆਂ ਜਾਂਦੀਆਂ ਮਾਤਾ ਦੀਆਂ ਭੇਟਾਂ ਨਾ ਸਿਰਫ ਅਸਲੋਂ ਹੀ ਅਲੱਗ-ਅਲੱਗ ਸੱਭਿਆਚਾਰਕ ਪਰੰਪਰਾਵਾਂ ਦੀ ਤਰਜਮਾਨੀ ਕਰਦੀਆਂ ਹਨ ਅਤੇ ਨਾ ਸਿਰਫ ਇਹਨਾਂ ਦੇ ਸਰੋਤਾ ਵਰਗ ਹੀ ਅਲੱਗ-ਅਲੱਗ ਹਨ, ਸਗੋਂ ਸਰੋਤਿਆਂ ਦੇ ਮਨਾਂ ਤੇ ਇਹਨਾਂ ਦੇ ਪੈਣ ਵਾਲੇ ਪ੍ਰਭਾਵਾਂ ਦੀ ਤਾਸੀਰ ਵੀ ਅਸਲੋਂ ਹੀ ਅਲੱਗ-ਅਲੱਗ ਹੈ। ਇੱਕ ਵਰਗ ਬਾਜਾਂ ਵਾਲੇ ਕੋਲੋਂ ਰੂਹਾਨੀ ਸ਼ਕਤੀ ਤੇ ਪ੍ਰੇਰਨਾ ਲੈਂਦਾ ਹੈ, ਦੂਜਾ ਬੰਸਰੀ ਵਾਲੇ ਕੋਲੋਂ। ਤਿੰਨਾਂ ਵਰਗਾਂ ਅੰਦਰ
ਅਤੀਤ ਵਿੱਚ ਰਲ ਕੇ ਝੱਲੀਆਂ ਮੁਸੀਬਤਾਂ ਦੇ ਸਾਂਝੇ ਅਹਿਸਾਸ, ਹਾਰਾਂ ਦੇ ਸਾਂਝੇ ਦਰਦ, ਜਿੱਤਾਂ ਦੇ ਸਾਂਝੇ ਸਰੂਰ, ਸਾਂਝੀਆਂ ਖੁਸ਼ੀਆਂ, ਸਾਂਝੇ ਗਮਾਂ ਦੇ ਤੇ ਭਵਿੱਖ ਦੇ ਸਾਂਝੇ ਸੁਪਨਿਆਂ ਦੀ ਅਣਹੋਂਦ ਸਾਫ਼ ਦੇਖੀ ਜਾ ਸਕਦੀ ਹੈ। ਮੀਰ ਮੰਨੂ ਦੇ ਜ਼ੁਲਮਾਂ ਅਤੇ ਘੱਲੂਘਾਰਿਆਂ ਦੀ ਯਾਦ ਜਿਸ ਕਦਰ ਸਿੱਖ ਮਨ ਨੂੰ ਝੰਜੋੜਦੀ ਹੈ, ਹਿੰਦੂ ਮਨ ਉੱਤੇ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਛੱਡ ਸਕਦੀ। ਮੁਸਲਿਮ ਮਨ ਉੱਤੇ ਤਾਂ ਉੱਕਾ ਹੀ ਨਹੀਂ, ਦੂਰ ਦੀ ਗੱਲ ਕਿਉਂ, ਨੇੜ ਇਤਿਹਾਸ ਦੀ ਉਦਾਹਰਣ ਹੀ ਲੈ ਲਓ। ਜੂਨ 84 ਦੀਆਂ ਘਟਨਾਵਾਂ ਨੇ ਪੰਜਾਬੀ ਸਮਾਜ ਦੇ ਸਾਰੇ ਵਰਗਾਂ ਉੱਤੇ ਇੱਕਸਾਰ ਅਸਰ ਨਹੀਂ ਛੱਡਿਆ। ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਨਾਲ ਜੇਕਰ ਇੱਕ ਵਰਗ ਦੁੱਖ ਅਤੇ ਗਮ ਨਾਲ ਬੇਹਾਲ ਹੋ ਉਠਿਆ, ਤਾਂ ਦੂਜੇ ਵਰਗ ਨੂੰ ਖੁਸ਼ੀ ਨਾਲ ਚਾਂਬੜਾਂ ਪਾਉਂਦੇ ਤੇ ਲੱਡੂ ਵੰਡਦੇ ਦੇਖਿਆ ਗਿਆ। ਇੰਨਾ ਵੱਡਾ ਪਾੜਾ ਬੇਵਜ੍ਹਾ ਨਹੀਂ ਹੋ ਸਕਦਾ। ਇਸ ਦਾ ਦੋਸ਼ ਇੱਕ ਪਾਸੇ ਸਿੱਖ ਕੱਟੜਵਾਦ ਤੇ ਦੂਜੇ ਪਾਸੇ ਹਿੰਦੂ ਫਿਰਕੂਪੁਣੇ ਉੱਤੇ ਸੁੱਟ ਦੇਣ ਨਾਲ ਕਿਸੇ ਵੀ ਆਧੁਨਿਕਵਾਦੀ ਆਤਮਾ ਦਾ ਤਾਂ ਸੰਤੁਸ਼ਟ ਹੋ ਸਕਦੀ ਹੈ, ਪਰੰਤੂ ਇਸ ਤਰ੍ਹਾਂ ਦੀ ਘਸੀ ਪਿਟੀ ਪਹੁੰਚ ਨਾਲ ਪੰਜਾਬੀ ਸਮਾਜ ਦੇ ਅਲੱਗ-ਅਲੱਗ ਧਾਰਮਿਕ ਵਰਗਾਂ ਅੰਦਰ ਮੌਜੂਦ ਦਰਾੜ ਦੀ ਹਕੀਕਤ ਨੂੰ ਨਾ ਤਾਂ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਸਲੇਟ ਤੇ ਲਿਖੇ ਗਲਤ ਅੱਖਰ ਵਾਂਗ ਮਿਟਾਇਆ ਜਾ ਸਕਦਾ ਹੈ। ਇਹ ਦਰਾੜ ਮੌਸਮੀ ਨਹੀਂ, ਬੁਨਿਆਦੀ ਹੈ। ਕਿਸੇ ਸਿੱਖ ਜਾਂ ਹਿੰਦੂ ਫਿਰਕਾ ਪ੍ਰਸਤ ਦੀ ਪੈਦਾ ਕੀਤੀ ਹੋਈ ਨਹੀਂ, ਸਗੋਂ ਇਤਿਹਾਸ ਦੇ ਅਮਲ ਚੋਂ ਜਨਮੀ ਹੈ। ਇਹ ਇੱਕੋ ਭਾਸ਼ਾ ਬੋਲਣ ਵਾਲੇ ਪਰੰਤੂ ਅਲੱਗ-ਅਲੱਗ ਵਿਚਾਰਧਾਰਾਵਾਂ ਤੇ ਅਲੱਗ-ਅਲੱਗ ਸੱਭਿਆਚਾਰਕ ਪਰੰਪਰਾਵਾਂ ਨੂੰ ਪਰਨਾਏ ਵਰਗਾਂ ਦਾ ਮਾਮਲਾ ਹੈ। ਵਰਗ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੇ ਇਤਿਹਾਸਕ ਅਮਲਾਂ ਚੋਂ ਗੁਜ਼ਰੇ ਹੋਣ ਕਾਰਨ ਇੱਕ ਦੂਜੇ ਨਾਲੋਂ ਵੱਖਰੀ ਕਿਸਮ ਦੇ ਸਾਂਚਿਆਂ ਵਿੱਚ ਢਲ ਗਏ ਹਨ। ਜਿਸਮਾਨੀ ਲੱਛਣਾਂ ਦੀ ਸਾਂਝ ਦੇ ਬਾਵਜੂਦ ਇਹਨਾਂ ਦੇ ਮਾਨਸਿਕ ਮੁਹਾਂਦਰੇ ਅਹਿਮ ਰੂਪ ਵਿੱਚ ਵੱਖਰੇ ਹੋ ਗੁਜ਼ਰੇ ਹਨ। ਸੰਯੁਕਤ ਪੰਜਾਬੀ ਕੌਮ ਦੀ ਧਾਰਨਾ ਦੇ ਕਾਇਲ ਵਰਗ ਵੱਲੋਂ ਅਕਸਰ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਸਾਂਝ ਦੀ ਗੱਲ ਕੀਤੀ ਜਾਂਦੀ ਹੈ। ਵੈਸੇ ਤਾਂ ਉਪਰੋਕਤ ਬਿਆਨ ਵਰਣਨ ਚੋਂ ਇਹ ਗੱਲ ਖੁਦ ਬ ਖੁਦ ਸਪਸ਼ਟ ਹੋ ਜਾਂਦੀ ਹੈ ਕਿ ਅਜਿਹਾ ਕੋਈ ਦੈਵੀ ਸਿਧਾਂਤ ਨਹੀਂ ਜੋ ਇਹ ਸਿਖਾਉਂਦਾ ਹੋਵੇ ਕਿ ਸਿਰਫ ਭਾਸ਼ਾ ਦੀ ਸਾਂਝ ਨਾਲ ਹੀ ਕਿਸੇ ਸਮਾਜੀ ਭਾਈਚਾਰੇ ਦੀ ਸੰਯੁਕਤ ਕੌਮੀ ਹਸਤੀ ਵਿਕਸਿਤ ਹੋ ਜਾਂਦੀ ਹੈ। ਉਂਝ ਜੇਕਰ ਥੋੜ੍ਹਾ ਗਹਿਰਾਈ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਪੰਜਾਬੀ ਬੋਲੀ ਦੀ ਸਾਂਝ ਦੀ ਅਸਲੀਅਤ ਵੀ ਬਾਖੂਬ ਉਜਾਗਰ ਹੋ ਜਾਂਦੀ ਹੈ। ਇਹ ਗੱਲ ਤਾਂ ਠੀਕ ਹੈ ਕਿ ਪੰਜਾਬੀ ਸਮਾਜ ਦੇ ਸਾਰੇ ਵਰਗਾਂ ਦੀ ਮਾਂ ਬੋਲੀ ਪੰਜਾਬੀ ਹੈ, ਪਰੰਤੂ ਮਾਂ ਬੋਲੀ ਪ੍ਰਤੀ ਲਗਾਓ ਅਤੇ ਪਿਆਰ ਦੇ ਮਾਮਲੇ ਵਿੱਚ ਸਾਰਿਆਂ ਅੰਦਰ ਇਕਸਾਰਤਾ ਨਹੀਂ ਹੈ। ਜਿੱਥੋਂ ਤੱਕ ਸਵਰਨ ਜਾਤੀ ਹਿੰਦੂ ਵਰਗ ਦਾ ਸੰਬੰਧ ਹੈ, ਉਸ ਦਾ ਪੰਜਾਬੀ ਨੂੰ ਛੱਡ ਕੇ ਹਿੰਦੀ ਪ੍ਰਤੀ ਹੇਜ ਕਿਸੇ ਕੋਲੋਂ ਗੁੱਝਾ ਨਹੀਂ। ਅਜਿਹਾ ਸਿੱਖ ਫਿਰਕਾ ਪ੍ਰਸਤੀ ਦੇ ਪ੍ਰਤੀਕਰਮ ਕਰਕੇ ਨਹੀਂ ਹੋਇਆ, ਜਿਵੇਂ ਕਿ ਕੁਝ ਅਖੌਤੀ, ਅਗਾਂਹ ਵਧੂ ਤੇ ਖੱਬੇ ਪੱਖੀ ਸੋਚ ਵਾਲੇ ਲੋਕਾਂ ਦਾ ਮੰਨਣਾ ਤੇ ਕਹਿਣਾ ਹੈ। ਇਸ ਰੁਚੀ ਦਾ ਜਨਮ 19ਵੀਂ ਸਦੀ ਅੰਦਰ ਆਰੀਆ ਸਮਾਜ ਦੀ ਆਮਦ ਨਾਲ ਹੀ ਹੋ ਗਿਆ ਸੀ। ਫਿਰ ਕੀ ਇਹ ਗੱਲ ਮੰਨ ਲਈ ਜਾਵੇ ਕਿ ਇਹ ਭਾਣਾ ਆਰੀਆ ਸਮਾਜੀ ਵਿਚਾਰਧਾਰਾ ਦੀ ਬਦੌਲਤ ਹੀ ਵਾਪਰਿਆ? ਅੱਜ ਦੇ ਲਈ ਇੰਨਾ ਜੀ। ਇਸ ਭਾਗ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।